ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਜੈ ਮਸੀਹ ਦੀ ਔਰ ਸਭ ਨੂੰ ਸਲਾਮ। ਮੇਰੇ ਭਾਈ ਭੈਣੋ, ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਅਸੀਂ ਧੰਨਵਾਦ ਕਰਦੇ ਹਾਂ। ਅੱਜ ਦਾ ਟੌਪਿਕ ਹੈ ਦਸਵੰਧ ਕਿਉਂ। ਅੱਜ ਜਦੋਂ ਦਸਵੰਧ ਦੀ ਗੱਲ ਆਉਂਦੀ ਹੈ, ਪਵਿੱਤਰ ਬਾਈਬਲ ਦੇ ਵਿੱਚ ਤੇ ਸਭ ਤੋਂ ਪਹਿਲਾਂ ਹਰ ਜੀਵਨ ਦੇ ਵਿੱਚ ਖਿਆਲ ਆਉਂਦਾ ਕਿ ਦਸਵੰਧ ਮੈਂ ਕਿਉਂ ਦੇਵਾਂ, ਦਸਵੰਧ ਕਿਹੜੀ ਗੱਲ ਤੋਂ ਪ੍ਰਭੂ ਨੂੰ ਦੇਵਾਂ। ਪਵਿੱਤਰ ਬਾਈਬਲ ਵਿੱਚ ਦਸਵੰਧ ਦੇਣ ਦੀ ਆਗਿਆ ਹੈ, ਜਿਵੇਂ ਕਿ ਮਲਾਕੀ ਨਬੀ ਪਰਮੇਸ਼ਰ ਦਾ ਦਾਸ ਇਸ ਤਰ੍ਹਾਂ ਕਹਿੰਦਾ ਹੈ ਕਿ ਸਾਰੇ ਦਸਵੰਧ ਮੇਰੇ ਮੋਦੀ ਖਾਨੇ ਵਿੱਚ ਲੈ ਕੇ ਆਓ, ਮੇਰੇ ਭਵਨ ਵਿੱਚ ਲੈ ਕੇ ਆਓ, ਤਾਂ ਕਿ ਮੇਰੇ ਭਵਨ ਦੇ ਵਿੱਚ ਭੋਜਨ ਹੋਵੇ ਔਰ ਤੁਹਾਡੀਆਂ ਕਮਾਈਆਂ 'ਤੇ ਬਰਕਤ ਆਵੇ। ਮੈਨੂੰ ਇਸੇ ਨਾਲ ਜਰਾ ਪਰਤਾਓ, ਵੇਖੋ ਕਿ ਮੈਂ ਆਕਾਸ਼ ਦੀਆਂ ਖਿੜਕੀਆਂ ਤੁਹਾਡੇ ਵਾਸਤੇ ਖੋਲ੍ਹਦਾ ਹਾਂ ਕਿ ਨਹੀਂ ਖੋਲ੍ਹਦਾ। ਪਰ ਧਿਆਨ ਇਸ ਗੱਲ 'ਤੇ ਦੇਣਾ, ਬਹੁਤ ਸਾਰੇ ਲੋਕ ਇਹ ਗੱਲ ਨੂੰ ਸੋਚਦੇ ਨੇ, ਬਹੁਤ ਸਾਰੇ ਲੋਕ ਇਹ ਸੋਚਦੇ ਨੇ ਵੀ ਅਸੀਂ ਦਸਵੰਧ ਕਿਉਂ ਦਈਏ। ਕੀ ਪਰਮੇਸ਼ਵਰ ਨੂੰ ਤੁਹਾਡੇ ਦਸਵੰਧ ਦਾ ਲੋਭ ਹੈ, ਜਾਂ ਕੀ ਪਰਮੇਸ਼ਵਰ ਦਾ ਕੰਮ ਤੁਹਾਡੇ ਦਸਵੰਧ ਤੋਂ ਬਿਨਾਂ ਕੀ ਪਰਮੇਸ਼ਵਰ ਕਰ ਨਹੀਂ ਸਕਦਾ। ਪਰਮੇਸ਼ਵਰ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਨਾ ਹੀ ਪਰਮੇਸ਼ਵਰ ਨੂੰ ਸਾਡੇ ਦਸਵੇਂ ਦਾ ਲੋਭ ਹੈ, ਨਾ ਪਰਮੇਸ਼ਵਰ ਸਾਡੇ ਦਸਵੰਧ ਦਾ ਲਾਲਚ ਕਰਦਾ ਹੈ, ਬਲਕਿ ਸਾਡਾ ਦਸਵੰਧ ਦਿੱਤਾ ਹੋਇਆ ਸਾਡਾ ਦਸਵਾਂ ਹਿੱਸਾ ਜੋ ਕਿ ਅਸੀਂ ਪਰਮੇਸ਼ਵਰ ਨੂੰ ਦਿੰਦੇ ਹਾਂ, ਉਹ ਸਾਡੇ ਭਲੇ ਵਾਸਤੇ ਹੈ। ਜੇਕਰ ਪਵਿੱਤਰ ਬਾਈਬਲ ਦੇ ਵਿੱਚ ਇਹ ਆਗਿਆ ਹੈ ਕਿ ਦਸਵੰਧ ਦਿਓ, ਤੇ ਦਸਵੰਧ ਦੇਣ ਦੀ ਆਗਿਆ ਉਸ ਤੋਂ ਪਰਮੇਸ਼ਵਰ ਨੂੰ ਕੋਈ ਲੋਭ ਨਹੀਂ ਹੈ, ਉਸ ਤੋਂ ਪਰਮੇਸ਼ਵਰ ਨੂੰ ਕੋਈ ਲਾਲਚ ਨਹੀਂ ਹੈ, ਬਲਕਿ ਦਸਵੰਧ ਦੇਣ ਦੀ ਜੇਕਰ ਆਗਿਆ ਹੈ ਤਾਂ ਉਹ ਸਾਡੇ ਭਲੇ ਵਾਸਤੇ ਹੈ, ਉਹ ਸਾਡੀ ਭਲਾਈ ਵਾਸਤੇ ਹੈ। ਕਿਉਂਕਿ ਪਰਮੇਸ਼ਵਰ ਦੀ ਪਵਿੱਤਰ ਬਾਣੀ ਦੇ ਵਿੱਚ ਲਿਖਿਆ ਕਿ ਸਾਰੇ ਦਸਵੰਧ ਤੁਸੀਂ ਮੇਰੇ ਮੋਦੀ ਖਾਨੇ ਵਿੱਚ ਲੈ ਕੇ ਆਓ। ਜਦੋਂ ਅਸੀਂ ਆਪਣੇ ਦਸਵੰਧ, ਆਪਣੀ ਕਮਾਈ ਦਾ ਦਸਵਾਂ ਹਿੱਸਾ, ਚਾਹੇ ਉਹ ਫਸਲ ਦਾ ਹੈ, ਚਾਹੇ ਉਹ ਪੈਸੇ ਦਾ ਹੈ, ਚਾਹੇ ਉਹ ਸਾਡੇ ਖਾਣ ਪੀਣ ਦੀਆਂ ਵਸਤੂਆਂ ਦਾ ਹੈ, ਚਾਹੇ ਉਹ ਸਾਡੇ ਪਸ਼ੂਆਂ ਦੇ ਵਿੱਚੋਂ ਹੈ, ਜਿਹੜਾ ਅਸੀਂ ਦਸਵਾਂ ਹਿੱਸਾ ਪਰਮੇਸ਼ਵਰ ਨੂੰ ਦਿੰਦੇ ਹਾਂ, ਉਸ ਦੇ ਨਾਲ ਸਾਡਾ ਆਪਣਾ ਹੀ ਭਲਾ ਹੈ, ਸਾਡੀ ਆਪਣੀ ਹੀ ਭਲਾਈ ਹੈ। ਦਸਵੰਧ ਦੇਣਾ ਸਾਡੇ ਲਈ ਕਿਉਂ ਜ਼ਰੂਰੀ ਹੈ, ਕਿਉਂ ਸਾਡੇ ਲਈ ਦਸਵੰਧ ਦੇਣ ਦੀ ਆਗਿਆ ਪਰਮੇਸ਼ਵਰ ਨੇ ਦਿੱਤੀ। ਉਸ ਤੋਂ ਪਰਮੇਸ਼ਵਰ ਨੂੰ ਲੋਭ ਲਾਲਚ ਨਹੀਂ ਹੈ, ਬਲਕਿ ਉਸ ਤੋਂ ਸਾਡਾ ਹੀ ਭਲਾ ਹੈ। ਪਰਮੇਸ਼ਵਰ ਜੀ ਸਾਨੂੰ ਸਾਡੇ ਹੱਥਾਂ ਦੇ ਕੰਮਾਂ ਨੂੰ ਆਸ਼ੀਸ਼ ਦੇਣਾ ਚਾਹੁੰਦੇ ਆ, ਸਾਡੇ ਸਰੀਰਾਂ ਨੂੰ ਉਹ ਤੰਦਰੁਸਤੀ ਦੇਣਾ ਚਾਹੁੰਦੇ ਆ। ਪ੍ਰਭੂ ਜੀ ਨੇ ਆਪਣੇ ਪਵਿੱਤਰ ਵਚਨਾਂ ਦੇ ਵਿੱਚ ਬੋਲਿਆ, ਜੇਕਰ ਤੁਸੀਂ ਦਸਵੰਧ ਮੇਰੇ ਘਰ ਵਿੱਚ ਲੈ ਕੇ ਆਓਗੇ ਤਾਂ ਮੈਂ ਆਕਾਸ਼ਾਂ ਦੀਆਂ ਖਿੜਕੀਆਂ ਤੁਹਾਡੇ ਵਾਸਤੇ ਖੋਲਾਂਗਾ, ਆਕਾਸ਼ ਦੇ ਭੰਡਾਰ ਤੁਹਾਡੇ ਵਾਸਤੇ ਖੋਲ੍ਹ ਦੇਵਾਂਗਾ। ਔਰ ਇਹ ਵੀ ਲਿਖਿਆ ਹੈ, ਜੇਕਰ ਤੁਸੀਂ ਦਸਵੰਧ ਨਹੀਂ ਦਿੰਦੇ ਹੋ ਤਾਂ ਕੀ ਹੈ, ਲਿਖਿਆ ਤੁਸੀਂ ਸ਼ਰਾਬੀਆਂ ਦੇ ਸ਼ਰਾਬੀ, ਤੁਹਾਡੀ ਬਾਡੀ 'ਤੇ ਵੀ ਸ਼ਰਾਬ, ਤੁਹਾਡੇ ਸਰੀਰਾਂ ਦੇ ਉੱਤੇ ਸ਼ਰਾਬ, ਤੁਹਾਡੀ ਕਮਾਈ ਉੱਤੇ ਸ਼ਰਾਬ, ਤੁਹਾਡੇ ਬਿਜ਼ਨਸ ਉੱਤੇ ਸ਼ਰਾਬ, ਤੁਹਾਡੇ ਹੱਥਾਂ ਦੀ ਕਿਰਤ ਉੱਤੇ ਸ਼ਰਾਬ। ਇਸ ਲਈ ਜੋ ਬੰਦਾ ਆਪਣੀ ਕਮਾਈ ਦਾ ਦਸਵਾਂ ਹਿੱਸਾ ਨਹੀਂ ਦਿੰਦਾ, ਉਸ ਦਾ ਪੈਸਾ ਬਿਮਾਰੀਆਂ ਵਿੱਚ, ਉਸ ਦਾ ਪੈਸਾ ਦੁੱਖਾਂ ਵਿੱਚ,
ਉਸ ਦਾ ਪੈਸਾ ਫਜ਼ੂਲ ਦੇ ਖਰਚਿਆਂ ਵਿੱਚ, ਉਸ ਦਾ ਪੈਸਾ ਘਾਟਿਆਂ ਵਿੱਚ ਜਾਂਦਾ ਹੈ। ਇਸ ਲਈ ਪਰਮੇਸ਼ਵਰ ਜੀ ਦੀ ਆਗਿਆ ਹੈ ਕਿ ਤੂੰ ਆਪਣੀ ਕਮਾਈ ਦਾ 10ਵਾਂ ਹਿੱਸਾ ਮੇਰੀ ਹਜ਼ੂਰੀ ਵਿੱਚ ਲੈ ਕੇ ਆ। ਆਪ ਜੀ ਨੇ ਜਾਣਨਾ ਆ ਕਿ ਜਦੋਂ ਅਸੀਂ ਆਪਣੀ ਕਮਾਈ ਦਾ 10ਵਾਂ ਹਿੱਸਾ ਪ੍ਰਭੂ ਜੀ ਦੇ ਘਰ ਵਿੱਚ ਲੈ ਕੇ ਆਉਂਦੇ ਹਾਂ, ਪਰਮੇਸ਼ਵਰ ਜੀ ਦੇ ਦਾਸ, ਪਰਮੇਸ਼ਵਰ ਜੀ ਦੇ ਲੋਕ ਤੁਹਾਡੇ ਦਿੱਤੇ ਦਸਵੰਤ ਦੇ ਉੱਤੇ ਪ੍ਰਾਰਥਨਾ ਕਰਦੇ ਹਨ। ਜਿਹੜੇ 9 ਹਿੱਸੇ ਤੁਹਾਡੇ ਨੇ, ਜਿਹੜੇ 9 ਹਿੱਸੇ ਤੁਹਾਡੇ ਹਿੱਸੇ ਹੁੰਦੇ ਨੇ, ਉਹਨਾਂ 9 ਹਿੱਸਿਆਂ ਦੇ ਉੱਤੇ ਪਰਮੇਸ਼ਵਰ ਜੀ ਦੀ ਬਰਕਤ ਜਾਂਦੀ ਹੈ। ਤੇ ਯਾਦ ਰੱਖੋ, ਜੇਕਰ ਤੁਸੀਂ ਆਪਣਾ 10ਵਾਂ ਹਿੱਸਾ ਪਰਮੇਸ਼ਵਰ ਜੀ ਨੂੰ ਨਹੀਂ ਦਿੰਦੇ, 10ਵਾਂ ਹਿੱਸਾ ਪ੍ਰਭੂ ਜੀ ਨੂੰ ਨਹੀਂ ਦਿੰਦੇ, ਤੇ ਤੁਹਾਡੇ 9 ਹਿੱਸਿਆਂ ਉੱਤੇ, 9 ਹਿੱਸਿਆਂ ਦੀ ਕਮਾਈ ਉੱਤੇ ਸ਼ਰਾਪ ਹੁੰਦਾ ਹੈ। ਤੁਹਾਡੇ 9 ਹਿੱਸਿਆਂ ਦੀ ਕਮਾਈ ਫਿਰ ਬਿਮਾਰੀਆਂ ਰਾਹੀ ਜਾਵੇਗੀ। ਤੁਹਾਡੇ 9 ਹਿੱਸਿਆਂ ਦੀ ਕਮਾਈ ਜਿਹੜੀ ਹੈ, ਤੁਹਾਡੇ 9 ਹਿੱਸੇ ਨੇ ਕਮਾਈ ਦੇ ਜਿਹੜੇ, ਉਹ ਫਜ਼ੂਲ ਖਰਚਿਆਂ ਵਿੱਚ ਜਾਣਗੇ। ਤੁਹਾਡੇ ਬੱਚਿਆਂ ਦੀਆਂ ਬਿਮਾਰੀਆਂ ਤੇ, ਤੁਹਾਡੀਆਂ ਬਿਮਾਰੀਆਂ ਤੇ, ਤੁਹਾਡੇ ਦੁੱਖਾਂ ਤੇ ਰੋਗਾਂ ਦੇ ਵਿੱਚ ਜਾਣਗੇ। ਇਸ ਲਈ ਪ੍ਰਭੂ ਜੀ ਦੀ ਆਗਿਆ ਹੈ, ਤੂੰ ਸਾਰੇ ਦਸਵੰਤ ਮੇਰੇ ਘਰ ਵਿੱਚ ਲੈ ਕੇ ਆ, ਆਪਣੇ ਸਾਰੇ ਦਸਵੰਤ ਮੇਰੀ ਹਜ਼ੂਰੀ ਵਿੱਚ ਲੈ ਕੇ ਆ, ਆਪਣੇ ਸਾਰੇ ਦਸਵੰਤ ਮੇਰੇ ਭੰਡਾਰ ਵਿੱਚ ਲੈ ਕੇ ਆ, ਤਾਂ ਕਿ ਜਿਹੜਾ 10ਵਾਂ ਹਿੱਸਾ ਤੂੰ ਪ੍ਰਭੂ ਨੂੰ ਦੇਵੇਂ, ਜਿਹੜਾ ਦਸਵੰਤ ਤੂੰ ਪਰਮੇਸ਼ਵਰ ਨੂੰ ਦਿੰਦਾ ਹੈ, ਉਹ ਦਸਵੰਤ ਦੇ ਰਾਹੀਂ ਪਰਮੇਸ਼ਵਰ ਤੇਰੇ ਸਾਰੇ ਕਮਾਈ ਦੇ ਉੱਤੇ ਬਰਕਤ ਦੇਵੇ। ਉਸ 10ਵੇਂ ਹਿੱਸੇ ਦੇ ਦੁਆਰਾ ਪਰਮੇਸ਼ਵਰ ਤੇਰੇ 9 ਹਿੱਸਿਆਂ ਨੂੰ ਆਸ਼ੀਸ਼ ਦੇਵੇ। ਤੇਰੇ 9 ਹਿੱਸੇ ਫਜ਼ੂਲ ਦੇ ਖਰਚਿਆਂ 'ਚ ਨਹੀਂ ਜਾਣਗੇ, ਕੋਰਟ ਕਚਹਿਰੀਆਂ, ਲੜਾਈ ਝਗੜਿਆਂ ਵਿੱਚ ਨਹੀਂ ਜਾਣਗੇ, ਤੇਰਾ ਪੈਸਾ ਬਿਮਾਰੀਆਂ ਵਿੱਚ ਨਹੀਂ ਜਾਵੇਗਾ। ਜਦੋਂ ਤੂੰ 10ਵਾਂ ਹਿੱਸਾ ਪਰਮੇਸ਼ਵਰ ਨੂੰ ਦੇਵੇਂਗਾ, ਜਿਸ ਦਿਨ ਤੂੰ 10ਵਾਂ ਹਿੱਸਾ ਖਾ ਲੇਂਗਾ, ਪਰਮੇਸ਼ਵਰ ਨੂੰ 10ਵਾਂ ਹਿੱਸਾ ਨਹੀਂ ਦੇਵੇਂਗਾ, ਤੂੰ 10ਵਾਂ ਹਿੱਸਾ ਆਪਣਾ ਕਰਕੇ ਮੰਨ ਲਵੇਂਗਾ, ਤੇ ਯਾਦ ਰੱਖ, ਪਰਮੇਸ਼ਵਰ ਦਾ ਵਚਨ ਕਹਿੰਦਾ, ਫਿਰ ਮੈਂ ਤੇਰੀ ਕਮਾਈ ਵਾਲੀ ਥੈਲੀ ਨੂੰ ਛੇਕ ਕਰ ਦਿਆਂਗਾ। ਹਜਈ ਨਵੀ ਦੇ ਵਿੱਚ ਪੜ੍ਹਦੇ ਹਾਂ, ਆਪਣੇ ਚਾਲੇ ਉੱਤੇ ਧਿਆਨ ਦਿਓ। ਜਦੋਂ ਹਜਈ ਨਵੀ 1 ਅਧਿਆਏ ਉਹਦੇ 5 ਤੋਂ 7 ਵਚਨ ਤੱਕ ਪੜ੍ਹਦੇ, ਉੱਥੇ ਲਿਖਿਆ, ਆਪਣੇ ਚਾਲੇ ਉੱਤੇ ਧਿਆਨ ਦੇਵੋ। ਤੇ ਜਦੋਂ ਤੁਸੀਂ ਉਹਦੀਆਂ ਆਗਿਆਂ ਨੂੰ, ਤੁਹਾਡਾ ਚਾਲਾ ਸਹੀ ਨਹੀਂ ਹੈ, ਤੁਹਾਡਾ ਚੱਲਣਾ ਸਹੀ ਨਹੀਂ ਪਰਮੇਸ਼ਵਰ ਦੇ ਵਿੱਚ, ਤੁਸੀਂ ਆਪਣੀ ਕਮਾਈ ਦਾ ਦਸਵੰਤ ਨਹੀਂ ਦਿੰਦੇ, ਤੁਸੀਂ ਆਪਣੀ ਕਮਾਈ ਦਾ 10ਵਾਂ ਹਿੱਸਾ ਪ੍ਰਭੂ ਨੂੰ ਨਹੀਂ ਦਿੰਦੇ, ਤੇ ਇਸ ਗੱਲ ਨੂੰ ਯਾਦ ਰੱਖੋ ਕਿ ਤੁਹਾਡੀ ਕਮਾਈ ਵਾਲੀ ਥੈਲੀ ਜਿਹੜੀ ਹੈ, ਉਹਦੇ ਵਿੱਚ ਪ੍ਰਭੂ ਸ਼ੇਕ ਕਰ ਦਿੰਦਾ ਆ। ਇੱਕ ਥੈਲੀ ਨੂੰ ਜਦੋਂ ਸ਼ੇਕ ਹੋ ਜਾਂਦਾ, ਤੁਸੀਂ ਉੱਪਰੋਂ ਦੀ ਉਹਦੇ ਵਿੱਚ ਕੁਛ ਪਾਓਗੇ, ਤੇ ਉਹਦੇ ਸ਼ੇਕ ਦੇ ਰਾਹੀਂ ਸਾਰਾ ਕੁਛ ਬਾਹਰ ਨਿਕਲਦਾ ਜਾਊਗਾ। ਚਾਹੇ ਉਹ ਅਨਾਜ ਹੈ, ਚਾਹੇ ਉਹ ਪੈਸਾ ਆ, ਤੇ ਚਾਹੇ ਕੋਈ ਕੀਮਤੀ ਵਸਤੂ ਹੈ। ਜੇਕਰ ਥੈਲੀ ਨੂੰ, ਜਿਸ ਬਰਤਨ ਵਿੱਚ ਤੁਸੀਂ ਉਸ ਚੀਜ਼ ਨੂੰ ਪਾ ਰਹੇ ਹੋ, ਉਹ ਬਰਤਨ ਨੂੰ ਜੇ ਸ਼ੇਕ ਹੋ ਗਿਆ, ਤੇ ਤੁਹਾਡਾ ਅਨਾਜ ਖਰਾਬ ਹੋਵੇਗਾ, ਤੁਹਾਡੀਆਂ ਚੀਜ਼ਾਂ ਵਸਤਾਂ ਖਰਾਬ ਹੋਣਗੀਆਂ, ਤੁਹਾਡਾ ਧਨ ਜਿਹੜਾ ਉਸ ਸ਼ੇਕ ਦੇ ਰਾਹੀਂ ਡਿੱਗਦਾ ਜਾਵੇਗਾ। ਕਦੀ ਆਪ ਨੇ ਵੇਖਿਆ, ਕੋਠੇ ਦੇ ਉੱਤੇ ਪੁਰਾਣੇ ਸਮਿਆਂ ਦੇ ਵਿੱਚ ਬਾਲਿਆਂ ਦੀਆਂ ਛੱਤਾਂ ਬਣਦੀਆਂ ਸੀਗੀਆਂ, ਤੇ ਬਾਲਿਆਂ ਦੀਆਂ ਛੱਤਾਂ ਜਦੋਂ ਕੋਠਾ ਪਾਇਆ ਜਾਂਦਾ ਸੀ, ਤੇ ਕੋਠੇ ਦੇ ਉੱਤੇ ਇੱਕ ਪਰਨਾਲਾ ਰੱਖਿਆ ਜਾਂਦਾ ਸੀ। ਪਰਨਾਲੇ ਦਾ ਕੰਮ ਕੀ ਹੁੰਦਾ ਸੀ? ਜਦੋਂ ਮੀਂਹ ਪੈਂਦਾ ਏ, ਤੇ ਮੀਂਹ ਦਾ ਪਾਣੀ ਜਿਹੜਾ ਪਰਨਾਲੇ ਦੇ ਰਾਹੀਂ ਬਾਹਰ ਨਿਕਲ ਜਾਂਦਾ, ਕੋਠੇ ਦੀ ਛੱਤ ਦੇ ਉੱਤੇ ਉਹ ਪਾਣੀ ਖੜਾ ਨਹੀਂ ਰਹਿੰਦਾ। ਮੇਰੇ ਭਾਈ ਭੈਣੋ, ਜਿਸ ਤਰ੍ਹਾਂ ਕਿ ਪਰਮੇਸ਼ਰ ਦੀ ਬਾਣੀ 'ਚ ਲਿਖਿਆ ਕਿ ਜਦੋਂ ਮੀਂਹ ਪੈਂਦਾ ਏ, ਤੇ ਮੀਂਹ ਦਾ ਜਿਹੜਾ ਪਾਣੀ ਹੈ, ਉਹ ਕੋਠੇ ਦੀ ਛੱਤ 'ਤੇ ਖੜਾ ਨਹੀਂ ਰਹਿੰਦਾ। ਪੁਰਾਣੇ ਨਿਯਮ ਦੇ ਵਿੱਚ ਵੀ ਜਦੋਂ ਲੇਵੀਆ ਗਿਣਤੀ ਅਸੀਂ ਪੜ੍ਹਦੇ ਹਾਂ, ਉੱਥੇ ਕੁਛ ਆਗਿਆ ਦਿੱਤੀਆਂ ਪਰਮੇਸ਼ਵਰ ਨੇ, ਜਦ ਤੂੰ ਆਪਣਾ ਕੋਠਾ ਬਣਾਈ, ਉਹਦੇ ਆਲੇ ਦੁਆਲੇ ਬਨੇਰਾ ਬਣਾਈ, ਤੇ ਇੱਕ ਪਰਨਾਲਾ ਬਣਾਈ। ਇਹ ਆਗਿਆ ਕਿਉਂ ਦਿੱਤੀਆਂ? ਇਹ ਸਾਨੂੰ ਸਮਝਾਉਣ ਲਈ ਔਰ ਸਾਨੂੰ ਸਹੀ ਤਰ੍ਹਾਂ ਦੇ ਨਾਲ ਜ਼ਿੰਦਗੀ ਜਿਉਣ ਵਾਸਤੇ ਦਿੱਤੀਆਂ। ਧਿਆਨ ਇਸ ਗੱਲ ਦੇ ਉੱਤੇ ਦੇਣਾ, ਜਿਵੇਂ ਕਿ ਪੁਰਾਣੇ ਸਮਿਆਂ 'ਚ ਕੋਠਿਆਂ ਦੇ ਉੱਤੇ ਇੱਕ ਪਰਨਾਲਾ ਹੁੰਦਾ ਸੀ। ਜਦੋਂ ਮੀਂਹ ਪੈਂਦਾ ਸੀ, ਪਾਣੀ ਜਿਹੜਾ ਛੱਤ 'ਤੇ ਖੜਾ ਨਹੀਂ ਰਹਿੰਦਾ ਸੀ, ਉਹ ਪਰਨਾਲੇ ਦੇ ਰਾਹੀਂ ਹੇਠਾਂ ਆ ਜਾਂਦਾ ਸੀ। ਤੇ ਜੇ ਪਰਨਾਲਾ ਨਹੀਂ ਰੱਖਦੇ, ਤੇ ਫਿਰ ਛੱਤ ਚੋਣੀ ਸ਼ੁਰੂ ਹੋ ਜਾਏਗੀ। ਇਸੇ ਤਰ੍ਹਾਂ
ਦਸਵੰਤ ਸਾਡਾ ਇੱਕ ਪਰਨਾਲੇ ਦਾ ਕੰਮ ਕਰਦਾ ਹੈ। ਜਿੱਦਾਂ ਛੱਤ ਨੂੰ ਪਰਨਾਲਾ ਜ਼ਰੂਰੀ ਹੈ, ਇੱਦਾਂ ਸਾਡੀ ਜ਼ਿੰਦਗੀ ਦੇ ਲਈ ਦਸਵੰਤ ਦੇਣਾ ਬਹੁਤ ਜ਼ਰੂਰੀ ਹੈ। ਜੇ ਪਰਨਾਲਾ ਨਹੀਂ ਹੋਵੇਗਾ ਤਾਂ ਛੱਤ ਚੋਵੇਗੀ, ਛੱਤ ਖਰਾਬ ਹੋ ਜਾਏਗੀ। ਛੱਤ ਇੱਕ ਜਗ੍ਹਾ ਤੋਂ ਨਹੀਂ, ਕਈ ਜਗ੍ਹਾ ਤੋਂ ਚੋਣੀ ਸ਼ੁਰੂ ਹੋ ਜਾਏਗੀ। ਇੱਥੋਂ ਤੱਕ ਲੈਂਟਰ ਨੂੰ ਵੀ ਪਰਨਾਲਾ ਰੱਖਿਆ ਜਾਂਦਾ ਹੈ। ਲੈਂਟਰ ਦੀ ਛੱਤ ਇੰਨੀ ਮਜ਼ਬੂਤ ਹੁੰਦੀ ਹੈ, ਉਹਨੂੰ ਵੀ ਪਰਨਾਲੇ ਦੀ ਲੋੜ ਹੈ। ਜੇ ਪਰਨਾਲਾ ਨਾ ਰੱਖਿਆ ਜਾਵੇ, ਕੁਝ ਸਾਲਾਂ ਬਾਅਦ ਉਹ ਵੀ ਛੱਤ ਖਰਾਬ ਹੋ ਕੇ ਚੋਣੀ ਸ਼ੁਰੂ ਹੋ ਜਾਂਦੀ ਹੈ। ਤੇ ਮੇਰੇ ਭਾਈ ਭੈਣੋ, ਇਹ ਛੱਤ ਦੀ ਉਦਾਹਰਨ ਤਾਂ ਇੱਕ ਦੁਨਿਆਵੀ ਹੈ, ਪਰ ਇਸ ਦਾ ਇੱਕ ਮੇਲ ਜਿਹੜਾ ਸਾਡੀ ਜ਼ਿੰਦਗੀ ਦੇ ਨਾਲ ਹੈ। ਜਿਸ ਤਰ੍ਹਾਂ ਛੱਤ ਨੂੰ ਪਰਨਾਲਾ ਜ਼ਰੂਰੀ ਹੈ, ਜੇ ਪਰਨਾਲਾ ਨਹੀਂ ਰੱਖਦੇ ਤੇ ਛੱਤ ਚੋਣੀ ਸ਼ੁਰੂ ਹੋ ਜਾਂਦੀ। ਇੱਦਾਂ ਹੀ ਸਾਡੀ ਤੰਦਰੁਸਤੀ ਲਈ, ਸਾਡੀ ਆਸ਼ੀਸ਼ ਤੇ ਬਰਕਤ ਲਈ ਸਾਡੇ ਤੇ ਪ੍ਰਭੂ ਜੀ ਦੀ ਕਿਰਪਾ ਬਣੀ ਰਵੇ, ਸਾਡੇ ਜੀਵਨ ਵਿੱਚ ਪਰਮੇਸ਼ਵਰ ਜੀ ਦੀ ਆਸ਼ੀਸ਼ ਬਣੀ ਰਵੇ। ਇਸੇ ਤਰ੍ਹਾਂ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਦਸਵੰਤ ਦੇਣਾ। ਦਸਵੰਤ ਸੇਮ ਉਸ ਤਰ੍ਹਾਂ ਕੰਮ ਕਰਦਾ ਜਿਸ ਤਰ੍ਹਾਂ ਇੱਕ ਛੱਤ ਦਾ ਪਰਨਾਲਾ ਕੰਮ ਕਰਦਾ, ਅਤੇ ਇਸ ਤਰ੍ਹਾਂ ਸਾਡੀ ਕਮਾਈ ਨੂੰ ਖਰਾਬ ਨਹੀਂ ਹੋਣ ਦਿੰਦਾ। ਜਿੱਦਾਂ ਪਰਨਾਲਾ ਛੱਤ ਖਰਾਬ ਨਹੀਂ ਹੋਣ ਦਿੰਦਾ, ਇਸ ਤਰ੍ਹਾਂ ਦਸਵੰਤ ਸਾਡੀ ਕਮਾਈ ਨੂੰ ਵੀ ਖਰਾਬ ਨਹੀਂ ਹੋਣ ਦਿੰਦਾ। ਜਦੋਂ ਅਸੀਂ ਦਸਵੰਤ ਦਿੰਦੇ ਹਾਂ, ਸਾਡੀ ਕਮਾਈ ਅਲੱਗ-ਅਲੱਗ ਛੇਕਾਂ ਰਾਹੀਂ ਨਹੀਂ ਨਿਕਲਦੀ, ਅਲੱਗ-ਅਲੱਗ ਬਿਮਾਰੀਆਂ ਰਾਹੀਂ, ਦੁੱਖਾਂ ਰਾਹੀਂ ਨਹੀਂ ਜਾਂਦੀ। ਸਾਡੀ ਕਮਾਈ ਸਹੀ ਜਗ੍ਹਾ ਦੇ ਉੱਤੇ ਲੱਗਦੀ ਹੈ। ਇਸ ਲਈ ਸਾਨੂੰ ਆਪਣੀ ਕਮਾਈ ਦਾ ਦਸਵੰਤ ਜਿਹੜਾ ਜ਼ਰੂਰ ਦੇਣਾ ਚਾਹੀਦਾ ਹੈ। ਪ੍ਰਭੂ ਜੀ ਬਰਕਤ ਦੇਣ ਔਰ ਆਸ਼ੀਸ਼ ਕਰਨ। ਸਭ ਨੂੰ ਸਲਾਮ ਔਰ ਵੱਡੀ ਕਿਰਪਾ। ਆਮੀਨ। ਪਾਸਟਰ ਅਮਰਜੀਤ ਜੀ ਦੁਆਰਾ ਸੁਣੋ ਮਸੀਹੀ ਪ੍ਰਚਾਰ ਅਤੇ ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਜੀ। 6284000962 ਅਤੇ ਸਾਡੇ YouTube ਚੈਨਲ ਦਾਸ ਅਮਰਜੀਤ ਸਿੰਘ ਨੂੰ ਸਬਸਕ੍ਰਾਈਬ ਕਰੋ ਜੀ। ਅਤੇ ਪਿੰਡ ਜੋਗੇਵਾਲਾ ਵਿਖੇ ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਬੰਦਗੀ ਵਿੱਚ ਪਹੁੰਚ ਕੇ ਪ੍ਰਭੂ ਦੀਆਂ ਬਰਕਤਾਂ ਨੂੰ ਪ੍ਰਾਪਤ ਕਰੋ ਜੀ।